ਗੁੱਡ ਮੋਰਨਿੰਗ एवरीवन ਮਾਈ ਸੈਲਫ ਹਿਮਸ਼ਿਖਾ। ਅੱਜ ਦਾ ਜਿਹੜਾ ਟੌਪਿਕ ਹੈ ਆਡੀਓ ਵੀਡੀਓ ਸਿਸਟਮਸ ਦਾ ਟੌਪਿਕ ਹੈ ਮਾਈਕਰੋਫੋਨਸ। ਸਭ ਤੋਂ ਪਹਿਲਾਂ ਦੇਖੋ ਮਾਈਕਰੋਫੋਨਸ ਹੁੰਦਾ ਕੀ ਹੈ। ਮਾਈਕਰੋਫੋਨਸ ਆਰ ਏ ਟਾਈਪ ਆਫ ਟਰਾਂਸਡਿਊਸਰ which converts acoustic energy, that is sound energy, into electrical energy। ਮਾਈਕਰੋਫੋਨਸ ਜਿਹੜੇ ਨੇ ਇਹ ਇੱਕ ਟਰਾਂਸਡਿਊਸਰ ਦੀ ਟਾਈਪ ਹੈ। ਟਰਾਂਸਡਿਊਸਰ ਕੀ ਹੁੰਦਾ, ਕੋਈ ਵੀ ਇੱਕ ਡਿਵਾਈਸ ਹੁੰਦਾ ਟਰਾਂਸਡਿਊਸਰ ਜਿਹੜਾ ਐਨੀ ਫੋਰਮ ਆਫ ਐਨਰਜੀ ਨੂੰ ਦੂਸਰੇ ਸੈਕਿੰਡ ਫੋਰਮ ਆਫ ਐਨਰਜੀ ਨੂੰ ਕਨਵਰਟ ਕਰੇ। ਅਤੇ ਜਿਹੜੇ ਮਾਈਕਰੋਫੋਨਸ ਹੈ ਇਹ ਕੀ ਕਰਦੇ ਹੈ, ਸਾਊਂਡ ਵੇਵ ਨੂੰ ਇਲੈਕਟ੍ਰੀਕਲ ਐਨਰਜੀ ਵਿੱਚ ਕਨਵਰਟ ਕਰਦੇ ਹੈ। In other words, microphones detect sound signals and produce an electrical image of the sound। ਮਾਈਕਰੋਫੋਨ ਕੀ ਹੈ, ਡਿਟੈਕਟ ਕਰਦੇ ਹੈ ਸਾਊਂਡ ਸਿਗਨਲਸ ਨੂੰ ਅਤੇ ਪ੍ਰੋਡਿਊਸ ਕਰਦੇ ਹੈ ਇਲੈਕਟ੍ਰੀਕਲ ਇਮੇਜ ਹੈ ਜਿਹੜੀ ਸਾਊਂਡ ਦੀ, ਮਤਲਬ ਸਾਊਂਡ ਨੂੰ ਕਾਹਦੇ 'ਚ ਕਨਵਰਟ ਕਰ ਦਿੰਦੇ ਆ, ਵੋਲਟੇਜ ਜਾਂ ਕਰੰਟ ਦੇ ਵਿੱਚ। ਅਤੇ ਵੋਲਟੇਜ ਜਾਂ ਕਰੰਟ ਦੀ ਵੈਲਿਊ ਕਿੰਨੀ ਹੋਊਗੀ, ਮੈਗਨੀਟਿਊਡ ਕਿੰਨਾ ਹੋਊਗਾ, ਉਹ ਡਿਪੈਂਡ ਕਰੂਗਾ ਵੀ ਤੁਹਾਡੀ ਸਾਊਂਡ ਸਿਗਨਲ ਦੀ ਇੰਟੈਂਸਿਟੀ, ਵੀ ਸਾਊਂਡ ਸਿਗਨਲ ਕਿੰਨਾ ਸਟਰੋਂਗ ਹੈ ਉਸ 'ਤੇ। ਮਾਈਕਰੋਫੋਨ ਦਾ ਸਿੰਬਲ ਦਿਖਾਇਆ ਦੇਖੋ, ਆਹ ਡਾਇਆਫ੍ਰਾਮ ਹੈ ਜਿਹੜਾ ਸਰਕਲ ਦਾ ਬਣਿਆ ਹੋਇਆ। ਹੁਣ ਇਹਦੇ ਵਿੱਚ ਨੈਕਸਟ ਕੀ ਆ ਗਿਆ, ਡਿਫਰੈਂਟ ਟਾਈਪ ਆਫ ਮਾਈਕਰੋਫੋਨਸ ਹੈਵ ਡਿਫਰੈਂਟ ਵੇਜ਼ ਆਫ ਕਨਵਰਟਿੰਗ ਐਨਰਜੀ। ਮਾਈਕਰੋਫੋਨਸ ਕਈ ਤਰ੍ਹਾਂ ਦੇ ਹੁੰਦੇ ਨੇ, ਬਟ ਉਹਨਾਂ ਸਾਰੇ ਮਾਈਕਰੋਫੋਨਸ ਵਿੱਚ ਇੱਕ ਚੀਜ਼ ਸੇਮ ਹੁੰਦੀ ਹੈ, ਦੈਟ ਇਜ਼ ਡਾਇਆਫ੍ਰਾਮ। ਡਾਇਆਫ੍ਰਾਮ ਹੈ ਜਿਹੜਾ ਉਹ ਸੇਮ ਹੁੰਦਾ। ਡਾਇਆਫ੍ਰਾਮ ਕੀ ਹੁੰਦਾ, ਦਿਸ ਇਜ਼ ਅ ਥਿਨ ਪੀਸ ਆਫ ਮਟੀਰੀਅਲ which vibrates when it is struck by sound waves। ਇਹ ਕੀ ਹੁੰਦਾ, ਡਾਇਆਫ੍ਰਾਮ ਕੀ ਹੁੰਦਾ, ਥਿਨ ਪੀਸ ਆਫ ਮਟੀਰੀਅਲ ਹੁੰਦਾ, ਮਤਲਬ ਬਹੁਤ ਹੀ ਥਿਨ ਜਿਹਾ ਕੋਈ ਪੀਸ ਹੁੰਦਾ ਜਿਹੜਾ ਵਾਈਬਰੇਟ ਕਰਦਾ, ਉਹਦੇ ਵਿੱਚ ਵਾਈਬ੍ਰੇਸ਼ਨਸ ਹੋਣ ਲੱਗ ਜਾਂਦੀਆਂ ਨੇ ਜਦੋਂ ਹੀ ਉਹਦੇ ਉੱਤੇ ਸਾਊਂਡ ਵੇਵ ਕੀ ਹੈ ਪੈਂਦੀ ਹੈ। ਵੈਨ ਡਾਇਆਫ੍ਰਾਮ ਵਾਈਬਰੇਟਸ, ਜਦੋਂ ਡਾਇਆਫ੍ਰਾਮ ਹੈ ਜਿਹੜਾ ਵਾਈਬਰੇਟ ਕਰਦਾ ਹੈ, ਇਟ ਕੋਜ਼ਿਜ਼ ਅਦਰ ਕੰਪੋਨੈਂਟਸ ਇਨ ਦਾ ਮਾਈਕਰੋਫੋਨ ਟੂ ਵਾਈਬਰੇਟ। ਇਹ ਕੀ ਕਰਦਾ, ਜਿਹੜੇ ਮਾਈਕਰੋਫੋਨ ਦੇ ਦੂਜੇ ਕੰਪੋਨੈਂਟਸ ਹੈ ਉਹਨਾਂ ਨੂੰ ਵੀ ਕੀ ਹੈ, ਵਾਈਬ੍ਰੇਸ਼ਨ ਪ੍ਰੋਡਿਊਸ ਹੋਣ ਲੱਗ ਜਾਂਦੀ ਹੈ। ਮਾਈਕਰੋਫੋਨ 'ਚ ਡਾਇਆਫ੍ਰਾਮ ਹੁੰਦਾ, ਉਹ 'ਤੇ ਸਾਊਂਡ ਵੇਵ ਪਈ, ਡਾਇਆਫ੍ਰਾਮ ਨੇ ਵਾਈਬਰੇਟ ਕੀਤਾ, ਠੀਕ ਹੈ, ਉਹਦੀ ਵਾਈਬ੍ਰੇਸ਼ਨਸ ਨਾਲ ਜਿਹੜੇ ਮਾਈਕਰੋਫੋਨ ਦੇ ਬਾਕੀ ਕੰਪੋਨੈਂਟਸ ਆ ਉਹ ਵੀ ਵਾਈਬਰੇਟ ਕਰਨ ਲੱਗ ਜਾਂਦੇ ਆ। ਥੀਸ ਵਾਈਬ੍ਰੇਸ਼ਨਸ ਆਰ ਕਨਵਰਟਿਡ ਇਨਟੂ ਇਲੈਕਟ੍ਰੀਕਲ ਕਰੰਟ ਵਿਚ ਬਿਕਮਸ ਦਾ ਆਡੀਓ ਸਿਗਨਲ। ਇਹ ਵਾਈਬ੍ਰੇਸ਼ਨਸ ਹੈ ਜਿਹੜੀਆਂ ਉਹਨਾਂ ਨੂੰ ਆਪਾਂ ਕੀ ਹੈ, ਉਹ ਇਲੈਕਟ੍ਰੀਕਲ ਕਰੰਟ ਜਾਂ ਵੋਲਟੇਜ ਵਿੱਚ ਕੀ ਹੈ ਕਨਵਰਟ ਹੋ ਜਾਂਦੀਆਂ ਨੇ। ਆਫਟਰ ਦੀਜ਼ ਆਰ ਸੈਂਟ ਆਊਟ ਟੂ ਏ ਮਿਕਸਰ, ਪ੍ਰੀ ਐਂਪਲੀਫਾਇਰ ਔਰ ਐਂਪਲੀਫਾਇਰ। ਫਿਰ ਇਹਨੂੰ ਆਪਾਂ ਐਂਪਲੀਫਾਇਰ 'ਤੇ ਸੈਂਡ ਕਰ ਦਿੰਦੇ ਹਾਂ। ਇਸ ਤਰ੍ਹਾਂ ਇਹ ਬੇਸਿਕ ਵਰਕਿੰਗ ਆ ਗਈ। ਮਾਈਕਰੋਫੋਨ ਦਾ ਸਿੰਬਲ ਪਤਾ ਲੱਗ ਗਿਆ ਹੁੰਦਾ ਕੀ ਹੈ ਅਤੇ ਉਹਦੀ ਵਰਕਿੰਗ ਕਿਵੇਂ ਹੈ, ਡਾਇਆਫ੍ਰਾਮ ਦਾ ਕਨਸੈਪਟ ਪਤਾ ਲੱਗ ਗਿਆ। ਨੈਕਸਟ ਹੈਗਾ ਟਾਈਪਸ ਆਫ ਮਾਈਕਰੋਫੋਨ। ਜਿਹੜੇ ਮਾਈਕਰੋਫੋਨ ਹੈ ਉਹਨਾਂ ਦੇ ਟਾਈਪਸ ਕਿਹੜੀਆਂ ਨੇ, ਉਹਨਾਂ ਨੂੰ ਆਪਾਂ ਕਈ ਤਰ੍ਹਾਂ ਡਿਵਾਈਡ ਕਰ ਸਕਦੇ ਹਾਂ ਮਾਈਕਰੋਫੋਨਸ ਨੂੰ। ਚਾਹੇ ਮਾਈਕਰੋਫੋਨ ਕਾਫੀ ਟਾਈਪਸ ਦੇ ਹੁੰਦੇ ਹੈ, ਬਟ ਉਹਨਾਂ ਵਿੱਚ ਇੱਕ ਚੀਜ਼ ਕਾਮਨ ਹੁੰਦੀ ਹੈ, ਉਹ ਕੀ ਹੈ, ਡਾਇਆਫ੍ਰਾਮ। ਡਿਵੀਜ਼ਨ ਦੇਖੋ ਕਿਸ ਕਿਸ ਬੇਸਿਸ 'ਤੇ ਕਰ ਸਕਦੇ ਆ ਮਾਈਕਰੋਫੋਨਸ। ਫਸਟ ਹੈਗੀ ਹੈ ਡਿਵੀਜ਼ਨ, ਮਾਈਕਰੋਫੋਨ ਵਿਚ ਪ੍ਰੋਡਿਊਸ ਵੋਲਟੇਜ। ਮਾਈਕਰੋਫੋਨ ਵਿਚ ਪ੍ਰੋਡਿਊਸਿਸ ਵੋਲਟੇਜ, ਮਤਲਬ ਜਿਹੜੇ ਵੋਲਟੇਜ ਨੂੰ ਪ੍ਰੋਡਿਊਸ ਕਰਦੇ ਆ ਉਹ ਵਾਲੇ ਮਾਈਕਰੋਫੋਨਸ। ਥੀਜ਼ ਆਰ ਮਾਈਕਰੋਫੋਨਸ ਵਿਚ ਡਜ਼ ਨੋਟ ਨੀਡ ਐਨੀ ਪਾਵਰ ਸਪਲਾਈ ਟੂ ਆਪਰੇਟ। ਇਹਨਾਂ ਨੂੰ ਆਪਰੇਟ ਕਰਨ ਲਈ ਕੋਈ ਵੀ ਪਾਵਰ ਸਪਲਾਈ ਹੈ ਜਿਹੜੀ ਨਹੀਂ ਚਾਹੀਦੀ। These microphones itself generates voltage।
ਇਹ ਆਪਣੇ ਆਪ ਹੀ ਕੀ ਹੈ ਵੋਲਟੇਜ ਜਨਰੇਟ ਕਰਦੇ ਆ। ਇਹਨਾਂ ਨੂੰ ਕੋਈ ਬਾਹਰੋਂ ਸਪਲਾਈ ਨਹੀਂ ਦੇਣੀ ਪੈਂਦੀ। ਇਹਨਾਂ ਦੀ ਐਗਜ਼ਾਮਪਲ ਲਿਖੀ ਹੋਈ ਹੈ ਕ੍ਰਿਸਟਲ ਮਾਈਕਰੋਫੋਨਸ, ਸੈਕਿੰਡ ਡਾਇਨਾਮਿਕ ਮਾਈਕਰੋਫੋਨਸ। ਇਹ ਜਿਹੜੇ ਨੇ ਇਹਨਾਂ ਦੀ ਐਗਜ਼ਾਮਪਲ ਹੈ। ਇਹਨਾਂ ਨੂੰ ਪਾਵਰ ਸਪਲਾਈ ਬਾਹਰੋਂ ਨਹੀਂ ਦੇਣੀ ਪੈਂਦੀ। ਸੈਕਿੰਡ ਹੈਗਾ ਮਾਈਕਰੋਫੋਨਸ ਵਿੱਚ ਨੀਡਸ ਸਪਲਾਈ ਵੋਲਟੇਜ। ਇਹਨਾਂ ਨੂੰ ਮਤਲਬ ਵਰਕ ਕਰਨ ਲਈ ਪਾਵਰ ਸਪਲਾਈ ਚਾਹੀਦੀ ਹੈ। ਫੋਰ ਐਗਜ਼ਾਮਪਲ electric microphones, sometimes called a condenser microphone and carbon microphone। ਇੱਕ ਤਾਂ ਹੈਗਾ ਇਹਦੀ ਐਗਜ਼ਾਮਪਲ ਇਲੈਕਟ੍ਰਿਕ ਮਾਈਕਰੋਫੋਨ, ਬਸ ਇਹ ਯਾਦ ਹੀ ਰੱਖਣਾ। ਇਲੈਕਟ੍ਰਿਕ ਮਾਈਕਰੋਫੋਨਸ ਨੂੰ ਆਪਾਂ ਕੰਡੈਂਸਰ ਮਾਈਕਰੋਫੋਨ ਵੀ ਕਹਿੰਦੇ ਹਾਂ। ਸੈਕਿੰਡ ਐਗਜ਼ਾਮਪਲ ਹੈਗੀ ਹੈ ਕਾਰਬਨ ਮਾਈਕਰੋਫੋਨਸ। ਕਾਰਬਨ ਮਾਈਕਰੋਫੋਨਸ ਹੈ ਜਿਹੜੇ, ਉਹਨਾਂ ਦਾ ਸੈਕਿੰਡ ਨੇਮ ਕੀ ਹੈ ਟੈਲੀਫੋਨ ਮਾਈਕਰੋਫੋਨ। ਕਾਰਬਨ ਮਾਈਕਰੋਫੋਨ ਤੁਹਾਡੇ ਸਿਲੇਬਸ 'ਚ ਹੈ, ਉਹ ਡਿਟੇਲ 'ਚ ਪੜ੍ਹਾਂਗੇ। ਥਰਡ ਹੈਗਾ ਮਾਈਕਰੋਫੋਨਸ ਔਨ ਦਾ ਬੇਸਿਸ ਆਫ ਕਨਵਰਜ਼ਨ ਟੈਕਨੋਲੋਜੀ ਯੂਜ਼ਡ। ਮਾਈਕਰੋਫੋਨਸ ਮਤਲਬ ਉਹਨਾਂ ਦੇ ਵਿੱਚ ਕਨਵਰਜ਼ਨ ਟੈਕਨੋਲੋਜੀ ਕੀ ਹੈ ਐਨਰਜੀ ਨੂੰ ਕਨਵਰਟ ਕਰਨ ਦੀ। ਦਿਸ ਰੈਫਰਸ ਟੂ ਦਾ ਟੈਕਨੀਕਲ ਮੈਥਡ ਦਾ ਮਾਈਕਰੋਫੋਨਸ uses to convert sound into electricity। ਇਹਦੇ ਵਿੱਚ ਕੀ ਹੈ ਵੀ ਸਾਊਂਡ ਨੂੰ ਇਲੈਕਟ੍ਰੀਸਿਟੀ ਵਿੱਚ ਕਨਵਰਟ ਕਰਨ ਲਈ ਕਿਹੜਾ ਟੈਕਨੀਕਲ ਮੈਥਡ ਹੈ ਜਿਹੜਾ ਯੂਜ਼ ਹੁੰਦਾ, ਉਸ ਬੇਸਿਸ 'ਤੇ ਡਿਵਾਈਡ ਕੀਤੇ ਜਾਂਦੇ ਆ। ਦ ਮੋਸਟ ਕਾਮਨ ਟੈਕਨੋਲੋਜੀਜ਼ ਆਰ, ਉਸ ਬੇਸਿਸ 'ਤੇ ਡਾਇਨਾਮਿਕ, ਕੰਡੈਂਸਰ, ਰਿਬਨ ਐਂਡ ਕ੍ਰਿਸਟਲ। each has advantages and disadvantages and each is suitable to certain type of applications। ਜਿੰਨੇ ਵੀ ਇਹ ਮਾਈਕਰੋਫੋਨ ਦੱਸੇ ਨੇ ਇਹਨਾਂ ਸਾਰਿਆਂ ਵਿੱਚ ਐਨਰਜੀ ਕਨਵਰਜ਼ਨ ਮੈਥਡ ਹੈ ਜਿਹੜਾ ਡਿਫਰੈਂਟ ਹੈ, ਅਤੇ ਇਹ ਸਾਰੇ ਮਾਈਕਰੋਫੋਨਸ ਦੀ ਆਪਣੀ ਆਪਣੀ ਇੱਕ ਐਪਲੀਕੇਸ਼ਨ ਹੈ। ਫੋਰਥ ਡਿਵੀਜ਼ਨ ਇਹ ਹੋ ਗਈ ਵੀ ਐਪਲੀਕੇਸ਼ਨ ਬੇਸਡ ਮਾਈਕਰੋਫੋਨਸ। ਇਹਦੇ ਵਿੱਚ ਸਮ ਮਾਈਕਰੋਫੋਨਸ ਆਰ ਡਿਜ਼ਾਈਨ ਫॉर ਜਨਰਲ ਯੂਜ਼ ਐਂਡ ਕੈਨ ਬੀ ਯੂਜ਼ ਇਫੈਕਟਿਵਲੀ ਇਨ ਮੈਨੀ ਡਿਫਰੈਂਟ ਸਿਚੁਏਸ਼ਨਸ। ਅਦਰਸ ਆਰ ਵੈਰੀ ਸਪੈਸ਼ਲਾਈਜ਼ਡ। ਇਹਦੇ ਵਿੱਚ ਇਹ ਹੈ ਕੋਈ ਤਾਂ ਜਨਰਲ ਯੂਜ਼ ਲਈ ਹੈ। ਜਨਰਲ ਯੂਜ਼ ਤਾਂ ਇਹਨਾਂ ਦਾ ਇਹੀ ਹੈ ਵੀ ਸਾਊਂਡ ਐਨਰਜੀ ਇਲੈਕਟ੍ਰੀਕਲ ਐਨਰਜੀ 'ਚ ਕਨਵਰਟ ਹੁੰਦੀ ਹੈ। ਇਹ ਤਾਂ ਜਨਰਲ ਯੂਜ਼ ਆ ਗਿਆ। ਅਦਰਸ ਆਰ ਵੈਰੀ ਸਪੈਸ਼ਲਾਈਜ਼ਡ, ਕੁਛ ਸਪੈਸ਼ਲ ਨੇ ਵੀ ਮਤਲਬ ਉਹ ਸਪੈਸੀਫਿਕਲੀ ਉਸੇ ਐਪਲੀਕੇਸ਼ਨ 'ਚ ਯੂਜ਼ ਹੁੰਦੇ ਨੇ। ਤਾਂ ਇਸ ਤਰ੍ਹਾਂ ਮਾਈਕਰੋਫੋਨਸ ਦੀਆਂ 4 ਡਿਵੀਜ਼ਨਸ ਆ ਗਈਆਂ। ਸਭ ਤੋਂ ਪਹਿਲਾਂ ਮਾਈਕਰੋਫੋਨਸ ਵਿੱਚ ਜਨਰੇਟ ਵੋਲਟੇਜ। ਸੈਕਿੰਡ ਮਾਈਕਰੋਫੋਨਸ ਵਿੱਚ ਰਿਕੁਆਇਰ ਸਪਲਾਈ ਵੋਲਟੇਜ। ਥਰਡ ਮਾਈਕਰੋਫੋਨਸ ਔਨ ਦਾ ਬੇਸਿਸ ਆਫ ਕਨਵਰਜ਼ਨ ਟੈਕਨੋਲੋਜੀ ਕਿਹੜੀ ਯੂਜ਼ ਹੋ ਰਹੀ ਹੈ। ਫੋਰਥ ਹੈਗਾ ਐਪਲੀਕੇਸ਼ਨ ਬੇਸਡ ਮਾਈਕਰੋਫੋਨਸ। ਫਿਰ ਇਸ ਵੀਡੀਓ ਦਾ ਲਾਸਟ ਟੌਪਿਕ ਹੈ ਕਾਰਬਨ ਮਾਈਕਰੋਫੋਨਸ। ਆਪਾਂ ਸਭ ਤੋਂ ਪਹਿਲਾਂ ਮਾਈਕਰੋਫੋਨਸ ਦੀ ਇੰਟਰੋਡਕਸ਼ਨ ਦੇਖ ਲਈ, ਫਿਰ ਉਹਨਾਂ ਦੀ ਸਿੰਬਲ ਦੇਖ ਲਿਆ, ਮਾਈਕਰੋਫੋਨਸ ਦਾ ਵਰਕਿੰਗ ਦੇਖ ਲਈ। ਉਸ ਤੋਂ ਬਾਅਦ ਟਾਈਪਸ ਆਫ ਮਾਈਕਰੋਫੋਨਸ ਆ ਗਏ। ਨੈਕਸਟ ਆ ਗਿਆ ਇੱਕ ਮਾਈਕਰੋਫੋਨ ਨੂੰ ਅੱਜ ਡਿਟੇਲ ਵਿੱਚ ਕਰਨਾ ਹੈ, ਉਹਦਾ ਨਾਮ ਹੈਗਾ ਕਾਰਬਨ ਮਾਈਕਰੋਫੋਨ। ਕਾਰਬਨ ਮਾਈਕਰੋਫੋਨ ਦਾ ਸੈਕਿੰਡ ਨੇਮ ਟੈਲੀਫੋਨ ਮਾਈਕਰੋਫੋਨ ਵੀ ਹੈ, ਕਿਉਂਕਿ ਜਿਹੜੇ ਆਪਣੇ ਟੈਲੀਫੋਨ ਲੈਂਡਲਾਈਨਸ ਵਗੈਰਾ ਸੀ ਉਹਨਾਂ ਵਿੱਚ ਹੀ ਇਹ ਯੂਜ਼ ਹੁੰਦਾ ਸੀ ਜ਼ਿਆਦਾ। ਕਾਰਬਨ ਮਾਈਕਰੋਫੋਨਸ ਹੈਵ ਬੀਨ ਅਰਾਊਂਡ ਅ ਲੌਂਗ ਟਾਈਮ, ਬਹੁਤ ਪਹਿਲਾਂ ਹੀ ਮਤਲਬ ਇਹ ਐਗਜ਼ਿਸਟ ਕਰਦੇ ਸੀ। ਦਿਸ ਇਜ਼ ਦਾ ਟੈਕਨੋਲੋਜੀ which was used in the earlier telephones and is still used in some telephones even today because they put out a very large signal। ਇਹ ਪਹਿਲਾਂ ਟੈਲੀਫੋਨਸ ਵਿੱਚ ਯੂਜ਼ ਹੁੰਦੀ ਸੀ, ਕਈ ਵਾਰ ਇਹ ਹੁਣ ਵੀ ਯੂਜ਼ ਕੀਤੀ ਜਾਂਦੀ ਹੈ ਕਿਉਂਕਿ ਇਹਨਾਂ ਦੀ ਜਿਹੜੀ ਆਊਟਪੁੱਟ ਹੈ ਉਹ ਕਾਫੀ ਹਾਈ ਆਉਂਦੀ ਹੈ। ਕਾਰਬਨ ਮਾਈਕਰੋਫੋਨ ਜਨਰੇਟਡ ਇਨਫ ਸਿਗਨਲ that even without an amplifier it could drive the earpiece। ਇਹਨਾਂ ਦੀ ਆਊਟਪੁੱਟ ਇੰਨੀ ਹਾਈ ਆਉਂਦੀ ਹੈ ਕਿ ਇਹਨਾਂ 'ਚ ਆਪਾਂ ਨੂੰ ਐਂਪਲੀਫਾਇਰ ਲਗਾਉਣ ਦੀ ਕੋਈ ਜ਼ਰੂਰਤ ਹੈ ਨਹੀਂ।
ਫਿਰ ਇਹਨਾਂ ਦਾ ਹੈਗਾ ਕੀ ਹੈ, ਕਾਰਬਨ ਮਾਈਕ ਕੰਸਿਸਟ ਆਫ ਏ ਡਾਇਆਫ੍ਰਾਮ। ਡਾਇਆਫ੍ਰਾਮ ਸਭ ਦੇ ਵਿੱਚ ਹੀ ਹੁੰਦਾ। ਦੈਟ ਕੰਪਰੈਸਿਸ ਏ ਸਮੋਲ ਕੈਨਿਸਟਰ ਫੁੱਲ ਆਫ that comprises a small canister full of carbon granules, ਜਿਹੜਾ ਕੀ ਹੈ ਕਾਰਬਨ ਗ੍ਰੈਨਿਊਲਸ ਦਾ ਬਣਿਆ ਹੋਇਆ ਡਾਇਆਫ੍ਰਾਮ। ਨੈਕਸਟ ਆ ਗਿਆ ਫੀਚਰਸ। ਫੀਚਰਸ ਕੀ ਹੈ ਕਾਰਬਨ ਮਾਈਕਰੋਫੋਨ ਦੇ। ਸਭ ਤੋਂ ਪਹਿਲਾ ਫੀਚਰ ਕੀ ਹੈ, ਨੀਡਸ ਪਾਵਰ ਸਪਲਾਈ ਟੂ ਆਪਰੇਟ। ਨੀਡਸ ਪਾਵਰ ਸਪਲਾਈ ਟੂ ਆਪਰੇਟ। ਫੀਚਰਸ ਕੀ ਹੈ, ਨੀਡਸ ਪਾਵਰ ਸਪਲਾਈ ਟੂ ਆਪਰੇਟ, ਇਹਨਾਂ ਨੂੰ ਵਰਕ ਕਰਨ ਲਈ ਪਾਵਰ ਸਪਲਾਈ ਚਾਹੀਦੀ ਹੈ। ਠੀਕ ਹੈ। ਸਿੰਪਲੈਸਟ ਐਂਡ ਓਲਡੈਸਟ ਮਾਈਕਰੋਫੋਨ ਹੈ, ਸਭ ਤੋਂ ਪੁਰਾਣਾ ਅਤੇ ਸਭ ਤੋਂ ਸਿੰਪਲ ਮਾਈਕਰੋਫੋਨ। ਓਮਨੀ ਡਾਇਰੈਕਸ਼ਨਲ ਰਿਸਪੌਂਸ, ਸਾਊਂਡ ਵੇਵਸ ਕਿਸੇ ਵੀ ਡਾਇਰੈਕਸ਼ਨ 'ਚੋਂ ਆ ਰਹੀਆਂ ਹੋਣ ਇਹ ਡਿਟੈਕਟ ਕਰਦਾ। ਲਾਰਜ ਓਮਨੀ ਦਾ ਮਤਲਬ ਕੀ ਹੋ ਗਿਆ, 올 ਡਾਇਰੈਕਸ਼ਨਸ। ਲਾਰਜ ਆਊਟਪੁੱਟ ਸਿਗਨਲ ਲਾਰਜ ਹੈ। ਨੋ ਨੀਡ ਆਫ ਇਨਬਿਲਟ ਐਂਪਲੀਫਾਇਰ, ਆਊਟਪੁੱਟ ਸਿਗਨਲ ਜਿਹੜਾ ਪ੍ਰੋਡਿਊਸ ਹੁੰਦਾ ਉਹ ਲਾਰਜ ਹੈ, ਇਸ ਲਈ ਕੋਈ ਐਂਪਲੀਫਾਇਰ ਹੈ ਜਿਹੜਾ ਉਹਦੀ ਜ਼ਰੂਰਤ ਨਹੀਂ ਹੈਗੀ। ਪੂਅਰ ਸਿਗਨਲ ਟੂ ਨੋਇਜ਼ ਰੇਸ਼ੋ, ਸਿਗਨਲ ਟੂ ਨੋਇਜ਼ ਰੇਸ਼ੋ ਹੈ ਜਿਹੜੀ ਉਹ ਕਾਫੀ ਪੂਅਰ ਹੈ। ਹਾਈ ਡਿਸਟੋਰਸ਼ਨ ਹਾਈ ਹੈ। ਸਿਗਨਲ ਟੂ ਨੋਇਜ਼ ਰੇਸ਼ੋ ਦੇਖੋ ਘੱਟ ਹੈ, ਮਤਲਬ ਸਿਗਨਲ ਕੁਆਲਿਟੀ ਹੈ ਜਿਹੜੀ ਕੁਆਲਿਟੀ ਹੈ ਆਊਟਪੁੱਟ ਦੀ ਉਹ ਕਾਫੀ ਕੀ ਹੈ, ਪੂਅਰ ਹੈ। ਹਾਈ ਡਿਸਟੋਰਸ਼ਨ ਜ਼ਿਆਦਾ ਹੈ। ਹਾਈ ਸੈਲਫ ਜਨਰੇਟਡ ਨੋਇਜ਼, ਆਪ ਹੀ ਇਹਦੇ ਵਿੱਚ ਇੱਕ ਨੋਇਜ਼ ਜਨਰੇਟ ਹੁੰਦਾ, ਉਹਦੇ ਕਰਕੇ ਸਿਗਨਲ ਟੂ ਨੋਇਜ਼ ਰੇਸ਼ੋ ਜਿਹੜੀ ਇਹਦੀ ਹੈ ਉਹ ਕਾਫੀ ਘੱਟ ਹੈ। ਲਿਮਿਟਿਡ ਟੂ ਮਿਡਲ ਰੇਂਜ ਫ੍ਰੀਕੁਐਂਸੀ ਰਿਸਪੌਂਸ, ਜਿਹੜੀ ਫ੍ਰੀਕੁਐਂਸੀ ਇਹ ਸਾਰੀ ਫ੍ਰੀਕੁਐਂਸੀਜ਼ ਨੂੰ ਨਹੀਂ ਰਿਸਪੌਂਡ ਕਰਦਾ, ਸਾਊਂਡ ਦੀ ਕਿਸੇ ਵੀ ਫ੍ਰੀਕੁਐਂਸੀ ਨੂੰ ਨਹੀਂ, ਸਿਰਫ ਮਿਡਲ ਫ੍ਰੀਕੁਐਂਸੀ ਨੂੰ ਹੀ ਇਹ ਕੈਚ ਕਰਦਾ, ਦੂਜੀ ਨੂੰ ਇਹ ਵਧੀਆ ਰਿਸਪੌਂਸ ਨਹੀਂ ਦਿੰਦਾ। ਸਪੈਸੀਫਿਕਲੀ ਯੂਜ਼ਡ ਫॉर ਟੈਲੀਫੋਨਸ ਦੇ ਵਿੱਚ ਹੀ ਯੂਜ਼ ਕੀਤਾ ਜਾਂਦਾ ਹੈ। ਚੀਪੈਸਟ ਮਾਈਕਰੋਫੋਨ, ਸਿੰਪਲੈਸਟ ਓਲਡੈਸਟ ਐਂਡ ਚੀਪੈਸਟ। ਕੰਸਟਰਕਸ਼ਨ ਆ ਗਈ। ਕੰਸਟਰਕਸ਼ਨ ਦੇ ਵਿੱਚ ਕੀ ਆ ਗਿਆ, ਮੇਨ ਪਾਰਟਸ ਆਫ ਕਾਰਬਨ ਮਾਈਕਰੋਫੋਨ ਆਰ, ਕਾਰਬਨ ਮਾਈਕਰੋਫੋਨ ਹੈ ਜਿਹੜਾ ਉਹਦੇ ਮੇਨ ਪਾਰਟਸ ਕਿਹੜੇ ਕਿਹੜੇ ਨੇ। ਫਸਟ ਹੈਗਾ ਕਾਰਬਨ ਕੈਪਸੂਲ, ਸੈਕਿੰਡ ਡਾਇਆਫ੍ਰਾਮ, ਥਰਡ ਪਾਵਰ ਸਪਲਾਈ, ਫੋਰਥ ਟਰਾਂਸਫਾਰਮਰ। ਇਹ ਮੇਨ ਪਾਰਟਸ ਹੈ ਜਿਹੜੇ ਆ ਕਾਰਬਨ ਮਾਈਕਰੋਫੋਨ ਨੂੰ ਬਣਾਉਂਦੇ ਆ। ਡਾਇਆਫ੍ਰਾਮ ਦੇਖੋ ਆ ਸਟ੍ਰੇਟ ਲਾਈਨ ਡਾਇਆਫ੍ਰਾਮ ਨੂੰ ਸ਼ੋ ਕਰ ਰਹੀ ਹੈ, ਡਾਇਆਫ੍ਰਾਮ ਦੇ ਉੱਤੇ ਸਾਊਂਡ ਵੇਵ ਪਈ। ਠੀਕ ਹੈ। ਫਿਰ ਨੈਕਸਟ ਹੈਗਾ ਕਾਰਬਨ ਗ੍ਰੈਨਿਊਲਸ, ਬਟਨ ਜਾਂ ਕੈਪਸੂਲ ਜੋ ਵੀ ਹੈ, ਇਹ ਕਾਹਦਾ ਬਣਿਆ ਹੋਇਆ, ਕਾਰਬਨ ਗ੍ਰੈਨਿਊਲਸ ਦਾ, ਇਹਨੂੰ ਆਪਾਂ ਕਾਰਬਨ ਕੈਪਸੂਲ ਕਹਿੰਦੇ ਹਾਂ। ਇਹਨੂੰ ਪਾਵਰ ਸਪਲਾਈ ਨਾਲ ਕੀ ਹੈ ਕਨੈਕਟ ਕੀਤਾ ਹੋਇਆ ਅਤੇ ਪਾਵਰ ਸਪਲਾਈ ਦੇ ਲਾਸਟ ਵਿੱਚ ਟਰਾਂਸਫਾਰਮਰ ਲਗਾਇਆ ਗਿਆ। ਚਾਰ ਚੀਜ਼ਾਂ ਨੇ, ਡਾਇਆਫ੍ਰਾਮ, ਕਾਰਬਨ ਕੈਪਸੂਲ, ਫਿਰ ਅੱਗੇ ਪਾਵਰ ਸਪਲਾਈ, ਨੈਕਸਟ ਹੈਗਾ ਟਰਾਂਸਫਾਰਮਰ। ਹਾਰਟ ਆਫ ਕਾਰਬਨ ਮਾਈਕਰੋਫੋਨ ਇਜ਼ ਕਾਰਬਨ ਕੈਪਸੂਲ। ਜੋ ਕਾਰਬਨ ਮਾਈਕਰੋਫੋਨ ਹੈ ਉਹਦਾ ਹਾਰਟ ਹੈ ਜਿਹੜਾ ਉਹ ਕੀ ਹੈ, ਕਾਰਬਨ ਕੈਪਸੂਲ। ਕਾਰਬਨ ਕੈਪਸੂਲ ਕੀ ਹੈ, ਇਟ ਇਜ਼ ਅ ਸਮੋਲ ਬਾਕਸ ਹੈਵਿੰਗ ਕਾਰਬਨ ਗ੍ਰੈਨਿਊਲਸ pressed between two gold plated contacts। ਸਮੋਲ ਬਾਕਸ ਹੈ ਇਹ ਕਾਰਬਨ ਕੈਪਸੂਲ, ਇਹਦੇ ਵਿੱਚ ਕਾਰਬਨ ਗ੍ਰੈਨਿਊਲਸ, ਕਾਰਬਨ ਦੇ ਦਾਣੇ ਹੁੰਦੇ ਹੈ। ਦ ਬੋਟਮ ਇਲੈਕਟ੍ਰੋਡ ਇਜ਼ ਫਿਕਸਡ, ਬੋਟਮ ਹੈ ਜਿਹੜੇ ਉਹ ਫਿਕਸ ਹੁੰਦਾ ਐਂਡ ਆਈਸੋਲੇਟਿਡ ਫਰੋਮ ਦ ਹਾਊਸਿੰਗ ਵਾਈਲ ਦ ਅੱਪਰ ਇਲੈਕਟ੍ਰੋਡ ਮੂਵਸ ਟੂਗੈਦਰ ਵਿਦ ਦ ਡਾਇਆਫ੍ਰਾਮ। ਬੋਟਮ ਫਿਕਸ ਹੁੰਦੀ ਹੈ, ਠੀਕ ਹੈ, ਜਿਹੜਾ ਉੱਪਰਲਾ ਉਹ ਦੇਖੋ ਆ ਡਾਇਗਰਾਮ ਤੋਂ ਕਲੀਅਰ ਹੋ ਰਿਹਾ, ਉੱਪਰਲਾ ਡਾਇਆਫ੍ਰਾਮ ਦੇ ਨਾਲ ਫਿਕਸ ਹੈ
ਜਿਵੇਂ ਜਿਵੇਂ ਡਾਇਆਫਰਾਮ ਮੂਵ ਕਰੂਗਾ ਉਵੇਂ ਉਵੇਂ ਜਿਹੜਾ ਉਹਦਾ ਉੱਪਰਲਾ ਐਂਡ ਹੈ ਕੈਪਸੂਲ ਦਾ ਉਹ ਵੀ ਮੂਵ ਕਰੂਗਾ। ਕਾਰਬਨ ਕੈਪਸੂਲ ਹੈਜ਼ ਏ ਥਿਨ ਮੈਟਲ ਔਰ ਪਲਾਸਟਿਕ ਡਾਇਆਫਰਾਮ ਔਨ ਵਨ ਸਾਈਡ। ਹਾਂ ਉਹ ਤਾਂ ਪਤਾ ਹੀ ਹੈ ਵੀ ਡਾਇਆਫਰਾਮ ਇਹਦੇ ਇੱਕ ਸਾਈਡ 'ਤੇ ਲੱਗਿਆ ਹੋਇਆ। ਸਾਊਂਡ ਪ੍ਰੈਸ਼ਰ ਵੇਰੀਏਸ਼ਨਸ ਆਰ ਟਰਾਂਸਫਰਡ ਟੂ ਦਾ ਅਪਰ ਇਲੈਕਟ੍ਰੋਡ ਥਰੂ ਡਾਇਆਫਰਾਮ ਵਿਦ ਦਾ ਹੈਲਪ ਆਫ ਪੁਸ਼ ਰੋਡ। ਜਿਹੜੇ ਵੀ ਸਾਊਂਡ ਪ੍ਰੈਸ਼ਰ ਦੇ ਵਿੱਚ ਵੇਰੀਏਸ਼ਨਸ ਆਉਂਦੀਆਂ ਨੇ, ਲਗਾਤਾਰ ਤਾਂ ਆਪਾਂ ਸੇਮ ਫ੍ਰੀਕੁਐਂਸੀ ਨਾਲ ਨਹੀਂ ਬੋਲਾਂਗੇ, ਸਾਊਂਡ ਵੇਵ ਦੀ ਫ੍ਰੀਕੁਐਂਸੀ ਲਗਾਤਾਰ ਚੇਂਜ ਹੋਊਗੀ। ਉਹ ਜਿਹੜੀਆਂ ਵੇਰੀਏਸ਼ਨਸ ਹੈ ਉਹ ਟਰਾਂਸਫਰ ਹੁੰਦੀ ਹੈ ਡਾਇਆਫਰਾਮ ਨਾਲ, ਡਾਇਆਫਰਾਮ ਤੇ ਡਾਇਆਫਰਾਮ ਤੋਂ ਅੱਗੇ ਜਿਹੜੀ ਹੈ ਅਪਰ ਐਂਡ ਆਫ ਕਾਰਬਨ ਕੈਪਸੂਲ ਉਹ ਕਿਵੇਂ ਟਰਾਂਸਫਰ ਹੁੰਦੀਆਂ, ਜਿਹੜੇ ਕਨੈਕਟ ਹੁੰਦਾ ਡਾਇਆਫਰਾਮ ਤੇ ਕਾਰਬਨ ਕੈਪਸੂਲ ਪੁਸ਼ ਰੋਡ ਦੀ ਹੈਲਪ ਨਾਲ। ਕਾਰਬਨ ਮਾਈਕਰੋਫੋਨ ਕੰਸਿਸਟ ਆਫ ਏ ਥਿਨ ਮੈਟੈਲਿਕ ਔਰ ਪਲਾਸਟਿਕ ਡਾਇਆਫਰਾਮ। ਮੈਟਲ ਜਾਂ ਪਲਾਸਟਿਕ ਦਾ ਡਾਇਆਫਰਾਮ ਬਣਿਆ ਹੁੰਦਾ। ਵਨ ਐਂਡ ਇਜ਼ ਅਟੈਚਡ ਟੂ ਦਾ ਬੋਡੀ ਆਫ ਮਾਈਕਰੋਫੋਨ and its other end is attached to the moving plate of capsule। diaphragm ਦਾ ਇੱਕ ਐਂਡ ਕਿਹਦੇ ਨਾਲ ਅਟੈਚ ਹੁੰਦਾ, ਮਾਈਕਰੋਫੋਨ ਦੀ ਬੋਡੀ ਨਾਲ, ਅਤੇ ਸੈਕਿੰਡ ਐਂਡ ਹੈ ਜਿਹੜਾ ਉਹ ਕਿਹਦੇ ਨਾਲ, ਜਿਹੜਾ ਕੈਪਸੂਲ ਦਾ ਮੂਵਿੰਗ ਪਲੇਟ ਹੈ ਉਹਦੇ ਨਾਲ। diaphragm is suspended by springs to isolate it from noise and vibration। ਇਹਨੂੰ ਆਪਾਂ ਪੈਸਿਵ ਟਾਈਪ, ਇਟ ਇਜ਼ ਏ ਪੈਸਿਵ ਟਾਈਪ ਆਫ ਮਾਈਕਰੋਫੋਨ ਨੀਡਸ ਪਾਵਰ ਸਪਲਾਈ ਟੂ ਆਪਰੇਟ। ਇਹ ਸਾਰਾ ਕੰਸਟਰਕਸ਼ਨ ਵਿੱਚ ਹੀ ਆ ਗਿਆ ਵੀ ਇਹ ਪੈਸਿਵ ਟਾਈਪ ਆਫ ਮਾਈਕਰੋਫੋਨ ਹੈ, ਇਹਨੂੰ ਕੀ ਹੈ ਸਪਲਾਈ ਚਾਹੀਦੀ ਹੁੰਦੀ ਹੈ ਵਰਕ ਕਰਨ ਲਈ। ਐਜ਼ ਦਾ ਆਊਟਪੁੱਟ ਇੰਪੀਡੈਂਸ ਆਫ ਕਾਰਬਨ ਮਾਈਕ ਇਜ਼ ਵੈਰੀ ਲੋ, ਇਟ ਨੀਡਸ ਏ ਟਰਾਂਸਫਾਰਮਰ ਟੂ ਮੈਚ ਇਟਸ ਇੰਪੀਡੈਂਸ ਵਿਦ ਆਊਟਰ ਸਰਕਿਟ। ਇਹਦੀ ਆਊਟਪੁੱਟ ਇੰਪੀਡੈਂਸ ਹੈ ਜਿਹੜੀ ਇਸ ਮਾਈਕ ਦੀ ਕਾਫੀ ਥੋੜ੍ਹੀ ਹੁੰਦੀ ਹੈ, ਇਸ ਲਈ ਇਹਨਾਂ ਨੂੰ ਕੀ ਹੈ ਟਰਾਂਸਫਾਰਮਰ ਚਾਹੀਦਾ ਹੁੰਦਾ ਵਰਕ ਕਰਨ ਲਈ। ਚਾਰੋਂ ਚੀਜ਼ਾਂ ਹੋ ਗਈਆਂ, ਡਾਇਆਫਰਾਮ, ਕਾਰਬਨ ਕੈਪਸੂਲ, ਪਾਵਰ ਸਪਲਾਈ, ਲਾਸਟ ਟਰਾਂਸਫਾਰਮਰ। ਨੈਕਸਟ ਹੈਗਾ ਕਰੈਕਟਰਿਸਟਿਕਸ ਕਾਰਬਨ ਮਾਈਕ ਦੇ ਕਿਹੜੇ ਕਿਹੜੇ ਆ। ਸੈਂਸਿਟੀਵਿਟੀ ਹਾਈਲੀ ਸੈਂਸਿਟਿਵ ਹੈ। ਸਿਗਨਲ ਟੂ ਨੋਇਜ਼ ਰੇਸ਼ੋ ਪਹਿਲਾਂ ਵੀ ਦੱਸਿਆ ਸੀ ਵੀ ਕਾਫੀ ਪੂਅਰ ਹੈ। ਉਹਦਾ ਰੀਜ਼ਨ ਕੀ ਹੈ ਵੀ ਇਹਦੇ ਵਿੱਚ ਸੈਲਫ ਜਨਰੇਟਡ ਨੋਇਜ਼ ਹੈ ਜਿਹੜਾ ਉਹ ਪ੍ਰੋਡਿਊਸ ਹੁੰਦਾ। ਡਿਸਟੋਰਸ਼ਨ ਹਾਈਲੀ ਡਿਸਟੋਰਟਡ ਸਾਊਂਡ ਆਫ ਦਾ ਆਰਡਰ ਆਫ 10%। ਡਿਸਟੋਰਟਡ ਸਾਊਂਡ ਇਹਦੇ ਵਿੱਚ ਪ੍ਰੋਡਿਊਸ ਹੁੰਦਾ, ਕਾਫੀ ਜ਼ਿਆਦਾ ਡਿਸਟੋਰਸ਼ਨ ਹੁੰਦੀ ਹੈ। ਫ੍ਰੀਕੁਐਂਸੀ ਰਿਸਪੌਂਸ ਮਿਡਲ ਫ੍ਰੀਕੁਐਂਸੀ ਨੂੰ ਹੀ ਰਿਸਪੌਂਡ ਕਰਦਾ, ਜਿਹੜੀ ਹਾਈ ਫ੍ਰੀਕੁਐਂਸੀ ਜਾਂ ਲੋ ਫ੍ਰੀਕੁਐਂਸੀ ਹੈ ਉਹਦੇ ਲਈ ਇਹ ਸਿਊਟੇਬਲ ਨਹੀਂ ਹੈਗਾ। ਡਾਇਰੈਕਟਿਵਿਟੀ ਓਮਨੀ ਡਾਇਰੈਕਸ਼ਨਲ ਹੈ, ਸਾਰੇ ਡਾਇਰੈਕਸ਼ਨਸ ਵਿੱਚੋਂ ਕਿਸੇ ਵੀ ਡਾਇਰੈਕਸ਼ਨ ਵਿੱਚੋਂ ਸਾਊਂਡ ਆ ਰਿਹਾ ਹੋਵੇ ਉਹਨੂੰ ਡਿਟੈਕਟ ਕਰਦਾ। ਆਊਟਪੁੱਟ ਇੰਪੀਡੈਂਸ ਕਾਰਬਨ ਮਾਈਕਰੋਫੋਨ ਦੀ ਲੋ ਹੈ, ਲੋ ਹੋਣ ਕਰਕੇ ਹੀ ਆਪਾਂ ਐਕਸਟਰਨਲ ਸਰਕਿਟ ਨਾਲ ਇਹਦੀ ਇੰਪੀਡੈਂਸ ਮੈਚ ਹੋ ਜੇ ਆਪਾਂ ਨੂੰ ਕੀ ਹੈ ਟਰਾਂਸਫਾਰਮਰ ਲਗਾਉਣਾ ਪੈਂਦਾ। ਟਰਾਂਸਫਾਰਮਰ ਦੇ ਅੱਗੇ ਇਹਦੇ ਮਾਈਕ ਦੇ ਐਡਵਾਂਟੇਜਸ ਕੀ ਹੈ ਕਾਰਬਨ ਮਾਈਕ ਦੇ, ਉਹ ਪਹਿਲਾਂ ਵੀ ਦੱਸਿਆ ਸੀ। ਲਾਈਟ ਵੇਟ ਹੈ, ਹਲਕਾ ਹੁੰਦਾ, ਐਕਸਟ੍ਰੀਮਲੀ ਹਾਈ ਆਊਟਪੁੱਟ ਹੈ, ਆਊਟਪੁੱਟ ਹਾਈ ਹੁੰਦੀ ਹੈ, ਹਾਈਲੀ ਸੈਂਸਿਟਿਵ ਹੈ, ਮਕੈਨੀਕਲੀ ਰੋਬਸਟ ਮਤਲਬ ਕੀ ਹੈ ਮਕੈਨੀਕਲੀ ਜਲਦੀ ਟੁੱਟਦਾ ਨਹੀਂ। ਸਮੋਲ ਸਾਈਜ਼ ਸਮੋਲ ਹੈ। ਨੋ ਨੀਡ ਆਫ RF ਸ਼ੀਲਡਿੰਗ, ਇਹਨੂੰ ਕੋਈ ਸ਼ੀਲਡਿੰਗ ਮਤਲਬ ਕਵਰ ਕੁਵਰ ਦੀ ਜ਼ਰੂਰਤ ਨਹੀਂ ਹੈਗੀ। ਡਿਸਐਡਵਾਂਟੇਜ ਕੀ ਨੇ, continually produces his noise ਕੀ ਹੈ ਸੈਲਫ ਜਨਰੇਟਡ ਨੋਇਜ਼ ਬਿਕੋਜ਼ ਆਫ ਮੂਵਮੈਂਟ ਆਫ ਕਾਰਬਨ ਗ੍ਰੈਨੂਲਸ। ਰੈਂਡਮ ਮੂਵਮੈਂਟ ਹੁੰਦੀ ਰਹਿੰਦੀ ਕਾਰਬਨ ਗ੍ਰੈਨੂਲਸ ਦੀ, ਜਦੋਂ ਸਪਲਾਈ ਦਿੱਤੀ ਨਹੀਂ ਉਦੋਂ ਵੀ ਉਹ ਮੂਵ ਕਰਦੇ ਰਹਿੰਦੇ, ਇਸ ਕਰਕੇ ਹਿਸ ਨੋਇਜ਼ ਪ੍ਰੋਡਿਊਸ ਹੁੰਦਾ। ਹਾਈ ਡਿਸਟੋਰਸ਼ਨ ਹਾਈ ਹੈ। ਲਿਮਿਟਿਡ ਫ੍ਰੀਕੁਐਂਸੀ ਰਿਸਪੌਂਸ ਇਹਨਾਂ ਦਾ ਕੀ ਹੈ ਲਿਮਿਟਿਡ ਹੈ। ਨੀਡਸ ਐਕਸਟਰਨਲ ਵੋਲਟੇਜ ਸੋਰਸ ਚਾਹੀਦਾ, ਇਸ ਲਈ ਇਹਨਾਂ ਨੂੰ ਪੈਸਿਵ ਮਾਈਕਰੋਫੋਨ ਵੀ ਕਹਿੰਦੇ ਆ। ਅਫੈਕਟਡ ਬਾਈ ਮੋਇਸਚਰ ਡਸਟ ਐਂਡ ਹੀਟ, ਐਟਮੋਸਫੀਅਰ 'ਚ ਮੋਇਸਚਰ ਹੈ, ਡਸਟ ਹੈ, ਹੀਟ
ਉਸ 'ਤੇ ਡਿਪੈਂਡ ਕਰਦਾ, ਉਹਦੇ ਨਾਲ ਅਫੈਕਟ ਹੋ ਜਾਂਦਾ ਹੈ। ਨੋਟ ਸੁਟੇਬਲ ਫॉर ਹਾਈ-ਫਾਈ ਸਿਸਟਮਸ। ਰੈਜ਼ਿਸਟੈਂਸ ਕਾਰਬਨ ਕੈਪਸੂਲ ਇਜ਼ ਨੋਨ ਲੀਨੀਅਰ ਫੰਕਸ਼ਨ ਆਫ ਡਾਇਆਫ੍ਰਾਮ ਡਿਸਪਲੇਸਮੈਂਟ। ਜਿਵੇਂ ਜਿਵੇਂ ਡਾਇਆਫ੍ਰਾਮ ਵੇਰੀ ਕਰਦਾ ਹੈ, ਰੈਜ਼ਿਸਟੈਂਸ ਮੈਂ ਤੁਹਾਨੂੰ ਦੱਸਿਆ ਵੀ ਕਾਰਬਨ ਕੈਪਸੂਲ ਦੀ ਵੇਰੀ ਕਰਦੀ ਹੈ। ਲਾਸਟ ਐਪਲੀਕੇਸ਼ਨਸ ਇਹਨਾਂ ਦੀਆਂ ਕਾਹਦੇ 'ਚ ਹੈ? ਯੂਜ਼ਡ ਇਨ ਟੈਲੀਫੋਨਸ, ਪੋਰਟੇਬਲ ਰੇਡੀਓ ਸੈਟਸ। ਟੈਲੀਫੋਨ ਮਾਈਕ੍ਰੋਫੋਨ ਤਾਂ ਹੀ ਕਿਹਾ ਜਾਂਦਾ ਕਿਉਂਕਿ ਟੈਲੀਫੋਨਸ ਵਿੱਚ ਯੂਜ਼ ਹੁੰਦਾ ਹੈ, ਰੇਡੀਓਜ਼ ਵਿੱਚ ਯੂਜ਼ ਹੁੰਦਾ ਹੈ, ਅਤੇ ਇਨ ਡਿਫੈਂਸ ਐਪਲੀਕੇਸ਼ਨਸ। ਥੈਂਕ ਯੂ।